ਡੇਂਗੂ 1 ਤੋਂ ਇਨਫੈਕਸ਼ਨ ਹੋ ਗਈ, ਜਿਹੜੇ ਹੋਰ ਟਾਈਪਸ ਹਨ ਡੇਂਗੂ 2, ਡੇਂਗੂ 3, ਡੇਂਗੂ 4, ਉਸ ਤੋਂ ਬਚਾਅ ਮਿਲਦਾ ਹੈ ਬਟ ਓਨਲੀ ਫॉर 3 months। ਕਿ ਡੇਂਗੂ ਵਾਇਰਸ ਆਏ ਸਾਲ ਆਉਂਦਾ ਹੈ ਜੀ, ਆਲਮੋਸਟ 2 ਮਹੀਨੇ, ਅਕਤੂਬਰ ਨਵੰਬਰ ਜੀ। ਡੇਂਗੂ ਕਮਸ ਟੇਕਸ ਸੋ ਮੈਨੀ ਪ੍ਰੀਸ਼ੀਅਸ ਲਾਈਵਸ। ਜਿਹੜਾ ਇਹ ਮੱਛਰ ਹੈ, ਜਿਹੜੀ ਇਹਦੀ ਫਲਾਈਟ ਰੇਂਜ ਹੈ, ਇਟਸ ਓਨਲੀ 100 ਮੀਟਰਸ, 100 ਮੀਟਰ। ਇਸ ਤੋਂ ਜ਼ਿਆਦਾ ਉਹ ਇਹਦੀ ਦੂਰ flight range ਨਹੀਂ ਨਹੀਂ ਉੱਡ ਹੈ। ਸਕਦਾ। ਜਿਹਦੀ ਹਾਈਟ ਹੈ ਫਲਾਈਟ ਦੀ, ਇਟ ਇਜ਼ ਓਨਲੀ 3 feet, 1 ਮੀਟਰ। ਇੱਕ ਬੜਾ ਫੇਮਸ ਸਲੋਗਨ ਹੈ, ਆਈ ਐਮ ਵੈਰੀ ਫੌਂਡ ਆਫ ਦਿਸ, ਕਿ ਹਰ ਰਵੀਵਾਰ 10 ਵਜੇ 10 ਮਿੰਟ ਡੇਂਗੂ ਪਰ ਵਾਰ। ਕਮਿਊਨਿਟੀ ਲੈਵਲ ਤੇ ਵੀ ਅਸੀਂ ਕੁਝ ਐਸਾ ਕਰ ਸਕਦੇ ਹਾਂ। We make the people more aware, just to bombard the people, ਬਚੋ ਬਚੋ ਬਚੋ, ਡੇਂਗੂ ਤੋਂ ਬਚੋ। ਐਂਡ ਇਹ ਨਹੀਂ ਕਿ ਮੱਛਰ ਕੱਟਦਾ ਆਫਟਰ ਸਨਰਾਈਜ਼ ਜਾਂ ਬਿਫੋਰ ਸਨਸੈਟ ਹੈ, ਡੂਰਿੰਗ ਡੇ ਟਾਈਮ ਆਲਸੋ ਇਟ ਕੈਨ ਬਾਈਟ ਇਫ ਇਟ ਇਜ਼ ਡਿਸਟਰਬਡ। ਕੁਝ ਬੁਖਾਰ ਹੋਇਆ ਜਾਂ ਜੋ ਵੀ ਸਿੰਪਟਮਸ ਨੇ ਉਹ ਡੇਂਗੀ ਜਾਂ ਡੇਂਗੂ ਫੀਵਰ ਦੇ ਨੇ। ਜੇ ਫੀਵਰ ਹੁੰਦਾ ਹੈ ਤਾਂ ਕੀਪ ਡੇਂਗੂ ਇਨ ਮਾਈਂਡ। ਜਿਵੇਂ ਸਾਡੇ ਸਮਾਜ ਦੇ ਵਿੱਚ ਬੜਾ ਪ੍ਰਚਲਨ ਹੈ ਟੋਟਕਿਆਂ ਦਾ, ਕਿਉਂਕਿ ਬਹੁਤ ਸਾਰੀਆਂ ਭ੍ਰਾਂਤੀਆਂ ਨੇ। These are all myths basically. ਰੁੱਤਾਂ ਦਾ ਬਦਲਣਾ ਬੜਾ ਹੀ ਅਹਿਮ ਪੱਖ ਹੈ ਸਾਡੀ ਜ਼ਿੰਦਗੀ ਦਾ। ਰੁੱਤਾਂ ਦੇ ਨਾਲ ਨਾਲ ਮੌਸਮੀ ਤਬਦੀਲੀ ਕਈ ਤਰ੍ਹਾਂ ਦੀਆਂ ਅਲਾਮਤਾਂ ਲੈ ਕੇ ਆਉਂਦੀ ਹੈ, ਔਰ ਇਹਨਾਂ ਅਲਾਮਤਾਂ 'ਚੋਂ, ਇਹਨਾਂ ਬਿਮਾਰੀਆਂ 'ਚੋਂ ਇੱਕ ਦੀਗਰ ਚੁਣੌਤੀ ਜੋ ਕਿ ਡੇਂਗੂ ਦੇ ਰੂਪ ਵਿੱਚ ਜਾਂ ਡੇਂਗੀ ਫੀਵਰ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ, ਜੋ ਬਰਸਾਤਾਂ ਦੇ ਨਾਲ ਜਾਂ ਬਰਸਾਤਾਂ ਦੇ ਬਾਅਦ ਦੇ ਮੌਸਮ ਦੇ ਵਿੱਚ ਅਕਸਰ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਇੱਕ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੇ ਬਜ਼ੁਰਗਾਂ ਤੱਕ ਇਸ ਬਿਮਾਰੀ ਦੀ ਮਾਰ ਤੋਂ ਨਹੀਂ ਬਚ ਸਕਦੇ। ਸੋ ਕਿਵੇਂ ਡੇਂਗੂ ਤੋਂ ਬਚਿਆ ਜਾ ਸਕਦਾ ਹੈ? ਕੀ ਇਹਤਿਆਤ ਜੋ ਅਸੀਂ ਵਰਤ ਸਕਦੇ ਹਾਂ, ਕਿਵੇਂ ਰੋਕਿਆ ਜਾ ਸਕਦਾ ਹੈ ਡੇਂਗੂ ਨੂੰ ਹੋਣ ਤੋਂ, ਜਾਂ ਡੇਂਗੂ ਹੋਣ ਦੀ ਸੂਰਤ ਦੇ ਵਿੱਚ ਕੀ ਕਦਮ ਸਾਨੂੰ ਉਠਾਉਣੇ ਚਾਹੀਦੇ ਨੇ, ਉਸ ਦੇ ਬਾਰੇ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਡਾਕਟਰ ਅਵਨੀਸ਼ ਗੁਪਤਾ ਜੀ ਦੇ ਨਾਲ। ਡਾਕਟਰ ਅਵਨੀਸ਼ ਗੁਪਤਾ ਜੋ ਪਟਿਆਲਾ ਦੇ ਵਿੱਚ ਪਿਛਲੇ 25 ਤੋਂ ਜ਼ਿਆਦਾ ਸਾਲਾਂ ਤੋਂ ਸਿਹਤ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਨੇ ਤੇ ਇੱਕ ਬੜੇ ਹੀ ਮਸ਼ਹੂਰ ਪੀਡੀਆਟ੍ਰੀਸ਼ੀਅਨ ਨੇ। ਸੋ ਗੱਲ ਕਰਦੇ ਹਾਂ ਡਾਕਟਰ ਅਵਨੀਸ਼ ਗੁਪਤਾ ਜੀ ਦੇ ਨਾਲ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਸੋ ਗੱਲ ਡੇਂਗੂ ਦੇ ਬਾਰੇ, ਡੇਂਗੀ ਫੀਵਰ ਦੇ ਬਾਰੇ। ਸੋ ਇਹ ਬਿਮਾਰੀ ਹਰ ਸਾਲ ਵਿਕਰਾਲ ਰੂਪ ਧਾਰਨ ਕਰਦੀ ਹੈ, ਖਾਸ ਤੌਰ ਤੇ ਬਰਸਾਤਾਂ ਜਾਂ ਬਰਸਾਤਾਂ ਤੋਂ ਇਮੀਡੀਏਟਲੀ ਬਾਅਦ ਵਾਲੇ ਸੀਜ਼ਨ ਦੇ ਵਿੱਚ। ਸੋ ਤੁਸੀਂ ਇੱਕ ਮਾਹਰ ਦੇ ਰੂਪ ਦੇ ਵਿੱਚ ਇਸ ਬਿਮਾਰੀ ਦੇ ਬਾਰੇ ਕੀ ਜੋ ਜਾਣਕਾਰੀ ਹੈ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੋਗੇ, ਜਿਸ ਨਾਲ ਉਹਨਾਂ ਦਾ ਇਸ ਬਿਮਾਰੀ ਤੋਂ ਬਚਾਅ ਹੋ ਸਕੇ? ਡਾਕਟਰ ਸਾਹਿਬ ਦੇਖੋ, ਡੇਂਗੂ ਫੀਵਰ ਇਜ਼ ਕਾਜ਼ਡ ਬਾय ਡੇਂਗੂ ਵਾਇਰਸ। ਹਰ ਕਿਸੇ ਨੂੰ ਇਹ ਚੀਜ਼ ਪਤਾ ਹੈ ਬੇਸਿਕਲੀ, ਠੀਕ ਹੈ। ਡੇਂਗੂ ਵਾਇਰਸ 4 ਤਰ੍ਹਾਂ ਦਾ ਹੁੰਦਾ ਹੈ, ਡੇਂਗੂ 1, ਡੇਂਗੂ 2, ਡੇਂਗੂ 3, ਡੇਂਗੂ 4। ਰਾਈਟ। ਆਪਣੇ ਰੀਜਨ ਦੇ ਵਿੱਚ ਡੇਂਗੂ 1 ਐਂਡ ਡੇਂਗੂ 2 ਇਜ਼ ਮੋਰ ਪ੍ਰੈਵਲੈਂਟ ਬਨਿਸਬਤ ਡੇਂਗੂ 3 ਐਂਡ ਯੈਸ 4 ਦੇ। ਯੈਸ ਜੀ। ਯੈਸ ਯੈਸ। ਹੁਣ ਕਿਸੇ ਬੰਦੇ ਨੂੰ ਜਾਂ ਬੱਚੇ ਨੂੰ ਡੇਂਗੂ 1 ਤੋਂ ਇਨਫੈਕਸ਼ਨ ਹੋ ਗਈ ਜੀ, ਉਸ ਨੂੰ ਉਸ ਵਾਇਰਸ ਤੋਂ ਲਾਈਫ ਲੌਂਗ ਇਮਿਊਨਿਟੀ ਮਿਲ ਜਾਂਦੀ ਹੈ। ਇੱਕ ਦਫਾ ਹੋਣ ਦੇ ਨਾਲ ਯੈਸ, ਇਮਿਊਨਿਟੀ ਲਾਈਫ ਲੌਂਗ ਮਿਲ ਜਾਂਦੀ ਮਿਲੇਗੀ। ਬਟ ਅਗੇਂਸਟ ਡੇਂਗੂ 1 ਓਨਲੀ, ਜੀ। ਨਾਟ ਅਗੇਂਸਟ ਅਦਰ ਟਾਈਪਸ। ਰਾਈਟ। ਓਕੇ, ਜੇ ਡੇਂਗੂ 1 ਤੋਂ ਇਨਫੈਕਸ਼ਨ ਹੋ ਗਈ, ਜਿਹੜੇ ਹੋਰ ਟਾਈਪਸ ਹਨ ਡੇਂਗੂ 2, ਡੇਂਗੂ 3, ਡੇਂਗੂ 4, ਉਸ ਤੋਂ ਬਚਾਅ ਮਿਲਦਾ ਹੈ
ਬਟ ਓਨਲੀ ਫॉर 3 ਮੰਥਸ। ਰਾਈਟ। ਉਸ ਤੋਂ ਬਾਅਦ ਆਪਾਂ ਨੂੰ ਹੋਰ ਟਾਈਪਸ ਨਾਲ ਇਨਫੈਕਸ਼ਨ ਹੋ ਸਕਦੀ ਹੈ ਜੀ। ਵਨ ਥਿੰਗ ਇਜ਼ ਦਿਸ, ਸੋ ਡੇਂਗੂ ਕੈਨ ਰੈਕਰ। ਡੇਂਗੂ ਕੈਨ ਰੈਕਰ। ਵਨ ਥਿੰਗ ਇਜ਼ ਦਿਸ। ਦੂਜੀ ਗੱਲ, ਜੇ ਕਿਸੇ ਨੂੰ ਡੇਂਗੂ 1 ਤੋਂ ਇਨਫੈਕਸ਼ਨ ਹੋ ਗਈ ਤੇ ਉਸ ਨੂੰ ਕਦੇ ਵੀ ਜ਼ਿੰਦਗੀ ਵਿੱਚ ਦੁਬਾਰਾ ਇਨਫੈਕਸ਼ਨ ਹੁੰਦੀ ਹੈ, ਡੇਂਗੂ 2, ਡੇਂਗੂ 3, ਡੇਂਗੂ 4, ਜੀ, then it tends to be or it can be more serious. दोबारा इन्फेक्शन होना Yes. ज़्यादा सीरियस होएगा, हो सकता है, हो सकता हो है, सकता है। संभावना है। Yes, जी, yes. उस तो बाद we can have mixed infections also. Same person at same time can have dengue 1, dengue 2 together also. जी, It is also more serious. Right. It is also more serious. ਸੋ ਜ਼ਿਆਦਾ ਕੰਪਲਿਕੇਟ ਹੋ ਜਾਂਦਾ ਹੈ Yes. ਦੋਵਾਂ ਦਾ ਇੱਕੋ ਸਮੇਂ ਤੇ yes, ਹੋਣਾ। yes. ਜੀ, It is more complicated. जी. It can be more complicated. ਰਾਈਟ। ਜੋ ਚੀਜ਼ ਹਰਟ ਕਰਦੀ ਹੈ ਸਭ ਤੋਂ ਵੱਧ, ਕਿ ਡੇਂਗੂ ਵਾਇਰਸ ਆਏ ਸਾਲ ਆਉਂਦਾ ਹੈ, ਜੀ, ਆਲਮੋਸਟ 2 ਮਹੀਨੇ, ਅਕਤੂਬਰ ਨਵੰਬਰ। ਜੀ, ਡੇਂਗੂ ਕਮਸ, ਟੇਕਸ ਸੋ ਮੈਨੀ ਪ੍ਰੀਸ਼ੀਅਸ ਲਾਈਵਸ, ਬਿਲਕੁਲ goes back again to come back. ਰਿਸਰਚ ਕਰਦਾ ਹੈ। Yes. ਜੀ, Next year. ਰਾਈਟ। Next year. ठीक है। एंड वी नो कि डेंगू इज़ प्रिवेंटेबल। डेंगू तो बचा कर सकते हैं आप एट इंडिविजुअल लेवल, एट कम्युनिटी लेवल, ਰਾਈਟ। बट स्टिल ਇੰਨੇ ਸਾਲ ਹੋ ਗਏ ਡੇਂਗੂ ਫੀਵਰ ਤੋਂ ਆਪਾਂ ਲੋਕ ਖੁਦ ਨੂੰ ਬਚਾ ਨਹੀਂ ਸਕੇ। ਜਦ ਕਿ ਬਚਾਇਆ ਜਾ ਸਕਦਾ ਹੈਗਾ, yes. ਪ੍ਰੀਵੈਂਟ ਕੀਤਾ ਜਾ ਸਕਦਾ ਹੈ। ਡਾਕਟਰ ਸਾਹਿਬ, ਕੀ ਲੱਗਦਾ ਹੈ ਕਿ ਕਿਉਂ ਅਸੀਂ ਨਾਕਾਮਯਾਬ ਰਹੇ ਹਾਂ ਇਸ ਨੂੰ ਰੂਟ ਆਊਟ ਕਰਨ ਦੇ ਵਿੱਚ, ਅਗਰ ਉਹ ਪੋਸੀਬਲ ਹੈ, ਜਾਂ ਇਹਨੂੰ ਪ੍ਰੀਵੈਂਟ ਕਰਨ ਦੇ ਵਿੱਚ ਐਟਲੀਸਟ? ਦੇਖੋ, ਡੇਂਗੂ ਫੀਵਰ ਇੰਨੇ ਸਾਲਾਂ ਤੋਂ ਹੋ ਰਿਹਾ ਹੈ ਜੀ, ਹਰ ਕਿਸੇ ਨੂੰ ਪਤਾ ਹੈ ਕਿ ਡੇਂਗੂ ਤੋਂ ਬਚਣਾ ਕਿਵੇਂ ਸੰਭਵ ਹੈ ਜੀ। ਨੌਲੇਜ ਹੈ, ਅਵੇਅਰਨੈਸ ਹੈ ਜੀ, ਪਰ ਉਸ 'ਤੇ ਐਕਟ ਨਹੀਂ ਹੋ ਰਿਹਾ। ਰਾਈਟ। ਲੋਕੀ ਉਸ 'ਤੇ ਐਕਟ ਨਹੀਂ ਕਰਦੇ। ਇਟ ਇਜ਼ ਅ ਮੇਨ ਰੀਜ਼ਨ ਬਿਹਾਈਂਡ ਡੇਂਗੂ ਰਿਸਰਜੈਂਸ ਐਵਰੀ ਈਅਰ। ਤੇ ਕੀ ਚਾਹੀਦਾ ਹੈ, ਕਿਸ ਚੀਜ਼ ਦੀ ਦਰਕਾਰ ਹੈ ਕਿ ਅਸੀਂ ਇਸ ਚੀਜ਼ ਤੇ ਐਕਟ ਕਰ ਸਕੀਏ? ਕਿ ਬਹੁਤ ਕੰਪਲਿਕੇਟਡ ਚੀਜ਼ ਹੈ ਇਹਦੇ ਤੇ ਐਕਟ ਕਰਨਾ, ਬਹੁਤ ਔਖਾ ਕੰਮ ਹੈ ਇਹਦੇ ਤੇ ਐਕਟ ਕਰਨਾ? नो। ਜੀ, ਐਜ਼ ਵੀ ਆਲ ਨੋ ਕਿ ਡੇਂਗੂ ਵਾਇਰਸ ਇੱਕ ਮੱਛਰ ਤੋਂ ਫੈਲਦਾ ਹੈ ਜੀ, ਈਡਸ ਇਜਿਪਟਾਈ। ਰਾਈਟ। ਡੇਂਗੂ ਤੋਂ ਬਚਣਾ ਮਤਲਬ ਈਡਸ ਤੋਂ ਬਚਣਾ, ਇਟ ਇਜ਼ ਸਿਨੋਨਿਮਸ ਜੀ। ਹੁਣ ਜਿਹੜਾ ਈਡਸ ਇਜਿਪਟਾਈ ਮੋਸਕੀਟੋ ਹੈ, ਉਹਦੇ ਕੁਝ ਬਿਹੇਵੀਅਰ ਪੈਟਰਨ ਹਨ। ਓਕੇ। ਪੈਟਰਨ ਹਨ ਜੀ, ਜਿਵੇਂ ਕਿ ਮੱਛਰ ਕਿੱਥੇ ਪੈਦਾ ਹੁੰਦਾ ਹੈ। ਈਡਸ ਇਜਿਪਟਾਈ ਮੱਛਰ ਜੋ ਪੈਦਾ ਹੁੰਦਾ ਹੈ, ਉਹਦੇ ਲਈ ਉਹਨੂੰ ਇੱਕ ਕੰਟੇਨਰ ਦੀ ਲੋੜ ਹੈ ਜਿੱਥੇ ਇੱਕ ਸਾਫ਼ ਅਤੇ ਸਟੈਗਨੈਂਟ ਖੜਾ ਹੋਇਆ ਪਾਣੀ ਹੋਵੇ। ਜੀ, ਮਤਲਬ ਉਹਦਾ ਬਰੀਡਿੰਗ ਗਰਾਊਂਡ ਯੈਸ ਹੋ ਨਿਬੜਦਾ ਹੈਗਾ। Yes. ਸਾਫ਼ ਪਾਣੀ ਤੇ stagnant। ਸਟਿਲ ਵਾਟਰ। ਯੈਸ, ਰਾਈਟ। ਇਨ ਅ ਕੰਟੇਨਰ। ਰਾਈਟ। ਓਕੇ ਜੀ, ਦੂਜੀ ਗੱਲ, ਜਿਹੜਾ ਇਹ ਮੱਛਰ ਹੈ, ਜਿਹੜੀ ਇਹਦੀ ਫਲਾਈਟ ਰੇਂਜ ਹੈ ਜੀ, ਇਟਸ ਓਨਲੀ 100 ਮੀਟਰਸ, 100 ਮੀਟਰ। ਇਸ ਤੋਂ ਜ਼ਿਆਦਾ ਉਹ ਇਹਦੀ ਦੂਰ flight range ਨਹੀਂ ਨਹੀਂ ਉੱਡ ਹੈ। ਸਕਦਾ। ਜੀ, ਜਿਹਦੀ ਹਾਈਟ ਹੈ ਫਲਾਈਟ ਦੀ, ਇਟ ਇਜ਼ ਓਨਲੀ 3 ਫੀਟ, 1 ਮੀਟਰ। ਸੋ 100 ਮੀਟਰ ਫਲਾਈਟ Flight. ਰੇਂਜ ਔਰ 1 ਮੀਟਰ ਇਹਦੀ ਫਲਾਈਟ ਹਾਈਟ। ਯੈਸ। ਓਕੇ। then this mosquito tends to be indoor, ਘਰ ਦੇ ਅੰਦਰ ਜ਼ਿਆਦਾ ਮਿਲਦਾ ਹੈ। ਓਕੇ। ਕਿੱਥੇ ਮਿਲਦਾ ਹੈ? ਕੂਲ, ਸ਼ੇਡੀ ਐਂਡ ਡਾਰਕ ਕਾਰਨਰਸ। ਕੂਲ, ਸ਼ੇਡੀ And ਐਂਡ dark ਡਾਰਕ ਕਾਰਨਰਸ। ਯੈਸ। ਜਿਵੇਂ ਫਰਨੀਚਰ ਹੈ, ਉਹਦੇ ਥੱਲੇ, ਕਰਟਨਸ ਦੇ ਪਿੱਛੇ, ਕੱਪੜਿਆਂ ਦੇ ਪਿੱਛੇ, ਉੱਥੇ ਮਿਲਦਾ ਹੈ। ਉਸ ਤੋਂ ਬਾਅਦ ਇਟਸ ਅ ਡੇ ਬਾਈਟਰ। ਕਦੋਂ ਬਾਈਟ ਕਰਦਾ ਹੈ? ਆਫਟਰ ਸਨਰਾਈਜ਼, ਲੇਟ ਆਫਟਰਨੂਨ ਔਰ ਬਿਫੋਰ ਸਨਸੈਟ। ਜੀ, ਕਲੀਅਰ? ਜੀ, So if we know this behavior of Aedes aegypti mosquito, then I say dengue says come, ਬਚ ਲਓ ਮੇਰੇ ਤੋਂ, ਪਰ ਆਪਾਂ ਬਚ ਨਹੀਂ ਪਾਉਂਦੇ। ਕਿਉਂ? ਕਿਉਂਕਿ ਆਪਾਂ ਮੱਛਰ ਤੋਂ ਬਚਣ ਲਈ ਜਿਹੜੇ ਉਪਾਅ ਚਾਹੀਦੇ ਹਨ ਉਹ ਨਹੀਂ ਕਰਦੇ ਆਪਾਂ।
ਸੋ ਡਾਕਟਰ ਸਾਹਿਬ, ਅਗਰ ਇਹਦਾ ਬਿਹੇਵੀਅਰ ਅਸੀਂ ਇੰਨੀ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ, ਇਹਦਾ ਪੈਟਰਨ ਸਾਰਾ, ਸੋ ਅਗਰ ਦੁਸ਼ਮਣ ਦਾ ਸਾਨੂੰ ਸਭ ਕੁਝ ਪਤਾ ਹੈ ਤਾਂ ਫਿਰ ਕਿੱਥੇ ਚੂਕ ਰਹੇ ਹਾਂ ਅਸੀਂ, ਕਿੱਥੇ ਵੀ ਆਰ ਮਿਸਿੰਗ ਦ ਗੇਮ। ਵੀ ਡੋਂਟ ਐਕਟ ਅਪਨ ਦਾ ਨੌਲੇਜ। ਜਿਵੇਂ ਕਿ ਨਾਓ ਵੀ ਨੋ ਕਿ ਇਹ ਮੱਛਰ ਕਿੱਥੇ ਬਰੀਡ ਹੁੰਦਾ ਹੈ। ਜੀ। ਕੰਟੇਨਰ ਹੋਵੇ, ਸਾਫ਼ ਤੇ ਖੜਾ ਪਾਣੀ ਹੋਵੇ। ਰਾਈਟ। ਜੇ ਆਪਾਂ ਆਪਣੇ ਘਰਾਂ ਵਿੱਚ ਹਰ ਇੱਕ ਹਫ਼ਤੇ ਇੱਕ ਦਿਨ 10 ਮਿੰਟ ਲਾ ਕੇ ਇੱਕ ਚੱਕਰ ਮਾਰ ਲਈਏ ਆਪਣੇ ਵਿਹੜੇ 'ਚ, ਛੱਤਾਂ ਉੱਤੇ, ਕਿਤੇ ਪਾਣੀ ਖੜਾ ਹੈ, ਰਾਈਟ। ਪਾਣੀ ਡਿਸਕਾਰਡ ਕਰ ਦਈਏ ਜਾਂ ਉਹ ਪੋਟ ਮੁੱਦਾ ਰੱਖ ਦਈਏ, ਖਾਸ ਕਰ ਆਫਟਰ ਰੇਨਸ, ਬਰੀਡਿੰਗ ਇਜ਼ ਗੋਨ, ਇਟ ਇਜ਼ ਐਲੀਮੀਨੇਟਿਡ। ਫਾਈਨ। ਦੂਜਾ, ਸੋ ਇਹਦਾ ਬਰੀਡਿੰਗ ਗਰਾਊਂਡ ਅਸੀਂ ਜਾਂ ਤਾਂ ਪਾਣੀ ਇਕੱਠਾ ਨਾ ਹੋਣ ਦੇਈਏ, ਯੈਸ, ਜਾਂ ਇਕੱਠਾ ਹੁੰਦਾ ਤਾਂ ਉਹਨੂੰ ਹਫ਼ਤੇ 'ਚ ਇੱਕ ਦਿਨ 10 ਮਿੰਟ ਕੱਢ ਕੇ ਉਹਨਾਂ ਨੂੰ ਖਾਲੀ ਕਰਕੇ ਤੇ ਨਾ ਉਹਨੂੰ ਭਰਨ ਦੇਈਏ ਦੁਬਾਰਾ। ਇੱਕ ਬੜਾ ਫੇਮਸ ਸਲੋਗਨ ਹੈ, ਮਤਲਬ ਆਈ ਐਮ ਵੈਰੀ ਫੌਂਡ ਆਫ ਦਿਸ, ਕਿ ਹਰ ਰਵੀਵਾਰ 10 ਵਜੇ 10 ਮਿੰਟ ਡੇਂਗੂ ਪਰ ਵਾਰ। ਡੇਂਗੂ ਪਰ ਵਾਰ। ਜੀ। ਯੈਸ, ਇਫ ਵੀ ਓਨਲੀ ਐਕਟ ਔਨ ਦਿਸ, ਡੇਂਗੂ ਕੈਨ ਬੀ ਪ੍ਰੀਵੈਂਟਡ। ਡਾਕਟਰ ਸਾਹਿਬ, ਇੰਡੀਵਿਜੂਅਲ ਲੈਵਲ ਤੇ ਚਲੋ ਇਹ ਕੀਤਾ ਜਾ ਸਕਦਾ ਹੈਗਾ, 10 ਮਿੰਟ ਕੱਢੇ ਜਾ ਸਕਦੇ ਨੇ, ਕਿ ਕੀ ਕਮਿਊਨਿਟੀ ਲੈਵਲ ਤੇ ਵੀ ਅਸੀਂ ਕੁਝ ਐਸਾ ਕਰ ਸਕਦੇ ਹਾਂ? ਅਗੇਨ ਅਵੇਅਰਨੈਸ। ਅਵੇਅਰਨੈਸ। we make the people more aware, like covid आया, रिंगटोन was there, covid से बचो, मास्क लगाओ, use sanitizers. So during this short dengue season, जी, can't we make this a ringtone एब्सोल्युटली। just to bombard the people, बचो 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 डेंगू तो बचो। जी। हर शहर ਦੇ ਵਿੱਚ ਜੇ ਬਿਲਬੋਰਡ ਲੱਗ ਜਾਣ to make the people more aware, to bombard this thing on them, ਕਿ ਡੇਂਗੂ ਤੋਂ ਬਚੋ, ਇਹ ਉਪਾਅ ਹਨ, ਇਸ ਤੇ ਐਕਟ ਕਰੋ, then this can be done. ਸੋ ਡਾਕਟਰ ਸਾਹਿਬ, ਇਹ ਇੱਕ ਪੱਖ ਜਿਹੜਾ ਆਪਾਂ ਹੁਣ ਤੱਕ ਗੱਲ ਕੀਤੀ ਹੈ, ਡੇਂਗੂ ਪ੍ਰੀਵੈਂਸ਼ਨ ਦਾ ਕਹਿ ਲਓ, ਕਿ ਅਸੀਂ ਉਹ ਹੋਣ ਹੀ ਨਾ ਦੇਈਏ ਪੈਦਾ, ਕਿ ਮੱਛਰ ਨੂੰ ਆਪਣੇ ਤੋਂ ਦੂਰ ਰੱਖੀਏ, ਜਾਂ ਆਪਣੇ ਆਪ ਨੂੰ ਮੱਛਰ ਤੋਂ ਦੂਰ ਰੱਖੀਏ। ਤੇ ਪ੍ਰੀਵੈਂਸ਼ਨ ਤੋਂ ਇਲਾਵਾ ਇੱਕ ਤਾਂ ਹੈ ਕਿ ਮੱਛਰ ਨੂੰ ਪੈਦਾ ਹੀ ਨਾ ਹੋਣ ਦੇਈਏ, ਬਟ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਜਿਹੜੀ ਇਹ ਅਲਾਮਤ ਹੈ ਉਹ ਵਾਪਸ ਆਉਂਦੀ ਹੈ, ਔਰ ਕਈ ਵਾਰੀ ਬਹੁਤ ਜ਼ਿਆਦਾ ਇਹ ਫਾਇਰਸ ਰੂਪ ਦੇ ਵਿੱਚ ਵਾਪਸ ਆਉਂਦੀ ਹੈ, ਕਿ ਕੀ ਕੁਝ ਐਸਾ ਕੀਤਾ ਜਾ ਸਕਦਾ ਹੈ ਕਿ ਚਲੋ ਮੱਛਰ ਹੋ ਗਿਆ ਪੈਦਾ, ਅਸੀਂ ਨਹੀਂ ਰੋਕ ਸਕੇ, ਬਟ ਸਟਿਲ ਅਸੀਂ ਆਪਣਾ ਬਚਾਅ ਕਰ ਸਕੀਏ ਇਸ ਮੱਛਰ ਤੋਂ? ਨੋ ਵੀ ਨੋ ਕਿ ਡੇਂਗੂ ਜ਼ਿਆਦਾ ਘਰ ਦੇ ਅੰਦਰ ਮਿਲਦਾ ਹੈ। ਅੰਦਰ ਮਿਲਦਾ ਹੈ ਜੀ। ਜੇ ਆਪਾਂ ਘਰ ਦੇ ਬਾਹਰ ਮੈਸ਼ ਲੱਗੀ ਹੋਵੇ, ਸਕਰੀਨ ਲੱਗੀ ਹੋਵੇ, ਮੱਛਰ ਅੰਦਰ ਵੜੇ ਹੀ ਨਾ। ਚਲੋ ਮੱਛਰ ਵੜ ਗਿਆ ਅੰਦਰ, ਵੀ ਨੋ ਇਟਸ ਰੈਸਟਿੰਗ ਬਿਹੇਵੀਅਰ, ਕਿ ਕਿੱਥੇ ਬੈਠਦਾ ਹੈ, ਫਰਨੀਚਰ ਥੱਲੇ, ਕਰਟਨਸ ਦੇ ਪਿੱਛੇ, ਕੱਪੜਿਆਂ ਦੇ ਪਿੱਛੇ। ਜੇ ਆਪਾਂ ਕੋਈ ਸਪਰੇਅ ਕਰਨਾ ਹੈ ਤਾਂ ਐਟ ਦੀਸ ਸਾਈਟਸ ਵੀ ਸ਼ੁਡ ਡੂ ਦਾ ਸਪਰੇਅ। ਰਾਈਟ। ਤੀਜੀ ਗੱਲ, ਵੀ ਨੋ ਇਹਦੀ ਹਾਈਟ ਕਿੰਨੀ ਹੈ ਫਲਾਈਟ ਦੀ, 3 ਫੀਟ। ਜੇ ਆਪਾਂ ਡੂਰਿੰਗ ਦਿਸ 2 months ਸ਼ਾਰਟਸ ਪਾਣੇ ਬੰਦ ਕਰ ਦਈਏ, ਵੀ ਵੀਅਰ ਓਨਲੀ ਫੁੱਲ ਲੈਂਥ ਪੈਂਟਸ, ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ, ਜੋ ਬਹੁਤ ਈਜ਼ੀਲੀ ਇੰਪਲੀਮੈਂਟ ਹੋ ਸਕਦੀ ਹੈ। ਕਿ ਜਿਵੇਂ ਸਕੂਲ ਵਿੱਚ ਬੱਚੇ ਹੁੰਦੇ ਹਨ, ਉੱਥੇ ਇੰਨਾ ਵੋਲਿਊਮ ਹੈ ਬੱਚਿਆਂ ਦਾ ਸਕੂਲ ਦੇ ਵਿੱਚ, ਮੱਛਰ ਉੱਥੇ ਵੀ ਹੋਏਗਾ। ਐਂਡ ਇਨ ਸਮਰ ਸੀਜ਼ਨ ਕਿਡਸ ਗੋ ਵਿਥ ਸ਼ਾਰਟਸ ਓਨਲੀ। ਐਂਡ ਇਹ ਨਹੀਂ ਕਿ ਮੱਛਰ ਕੱਟਦਾ ਆਫਟਰ ਸਨਰਾਈਜ਼ ਜਾਂ ਬਿਫੋਰ ਸਨਸੈਟ ਹੈ, ਡੂਰਿੰਗ ਡੇ ਟਾਈਮ ਆਲਸੋ ਇਟ ਕੈਨ ਬਾਈਟ ਇਫ ਇਟ ਇਜ਼ ਡਿਸਟਰਬਡ। ਸੋ ਇੱਕ ਸਿੰਪਲ ਜਿਹਾ ਮੇਜਰ ਕਿ ਆਪਾਂ ਇਹਨਾਂ 2 ਮਹੀਨਿਆਂ ਦੇ ਵਿੱਚ ਸਕੂਲਾਂ ਵਿੱਚ ਫੁੱਲ ਲੈਂਥ ਦੀ ਪੈਂਟ ਕੰਪਲਸਰੀ ਕਰ ਦਈਏ ਜੀ, ਇਟ ਕੈਨ ਗੋ ਅ ਲੌਂਗ ਵੇ। ਇਟ ਕੈਨ ਗੋ ਅ ਲੌਂਗ ਵੇ, ਡੈਫੀਨੇਟਲੀ। ਯੈਸ। ਤੇ ਦੂਸਰਾ, ਸਕੂਲਾਂ ਦੇ ਵਿੱਚ ਮੇਰਾ ਖਿਆਲ ਬੱਚਿਆਂ ਨੂੰ ਵੀ ਅਵੇਅਰ ਕਰਨ ਦਾ ਇੱਕ ਅੱਛਾ ਮੌਕਾ ਹੈ। ਯੈਸ। ਕਿ ਉੱਥੇ ਵੀ ਅਗਰ ਸਿਰਫ 10 ਮਿੰਟ ਕੱਢ ਕੇ ਬੱਚਿਆਂ ਨੂੰ ਅਸੈਂਬਲੀ ਦੇ ਵਿੱਚ, ਯੈਸ, they are to be made aware of that. They are to be made and to aware. act upon it, ਕਿ ਘਰ ਜਾਓ ਇਸ ਤੇ ਐਕਟ ਕਰੋ। ਇਸ ਤੇ ਐਕਟ ਕਰੋ। Yes. ਤੇ ਆਪਣੇ ਪੇਰੈਂਟਸ ਨੂੰ ਐਕਟ ਕਰਵਾਓ। ਯੈਸ ਜੀ। ਯੈਸ। ਸੋ ਇਟ ਕੈਨ ਬੀ ਅ Can be done. ਜੀ। ਉਸ ਤੋਂ ਬਾਅਦ we can use mosquito repellents, mosquito traps can be used to prevent. ਐਬਸੋਲੂਟਲੀ। ਤੇ ਡਾਕਟਰ ਸਾਹਿਬ, ਇਸ ਦੇ ਬਾਵਜੂਦ ਤਮਾਮ ਅਸੀਂ ਇਹਤਿਆਤ ਵਰਤੀਏ, ਇਸ ਦੇ ਬਾਵਜੂਦ ਵੀ ਕਈ ਵਾਰੀ ਚੀਜ਼ਾਂ ਹੋ ਜਾਂਦੀਆਂ ਨੇ, ਵਾਪਰ ਜਾਂਦੀਆਂ ਨੇ। Yes. ਸੋ ਖੁਦਾ ਨਾ ਖਾਸਤਾ ਅਗਰ ਕਿਸੇ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ, ਛੋਟੇ ਜਾਂ ਵੱਡੇ ਨੂੰ, ਡੇਂਗੀ ਹੋ ਜਾਂਦਾ ਹੈਗਾ,
ਤਾਂ ਕੀ ਸਾਡਾ ਪਲਾਨ ਆਫ ਐਕਸ਼ਨ ਹੋਣਾ ਚਾਹੀਦਾ ਹੈਗਾ? ਪਹਿਲੀ ਗੱਲ, ਕਿਵੇਂ ਪਤਾ ਲੱਗੇ ਸਾਨੂੰ ਕਿ ਜੋ ਕੁਝ ਬੁਖਾਰ ਹੋਇਆ ਜਾਂ ਜੋ ਵੀ ਸਿੰਪਟਮਸ ਨੇ ਉਹ ਡੇਂਗੀ ਜਾਂ ਡੇਂਗੂ ਫੀਵਰ ਦੇ ਨੇ? I agree with you. One thing is high index of suspicion. ਰਾਈਟ, ਜੇ ਸਾਨੂੰ ਸ਼ੱਕ ਹੈ ਕਿ ਡੇਂਗੂ ਹੈ, We know ਜੀ, कि monsoon और post monsoon ਰਾਈਟ, it is dengue season now. ਜੇ ਫੀਵਰ ਹੁੰਦਾ ਹੈ ਤਾਂ ਕੀਪ ਡੈਂਗੂ ਇਨ ਮਾਈਂਡ। ਓਕੇ, ਅਦਰ ਥਿੰਗ ਇਜ਼ ਜੇ ਬੁਖਾਰ ਹੋਇਆ ਹੈ, ਪਹਿਲੇ ਦਿਨ ਹੀ ਬੁਖਾਰ ਬਹੁਤ ਤੇਜ਼ ਹੈ, ਜੀ, ਹੱਡ ਭੰਨਣੀ ਹੈ, ਓਕੇ, ਮਸਲ ਏਕਸ ਹਨ, ਜੋੜ ਦੁਖ ਰਹੇ ਹਨ, ਅੱਖਾਂ ਦੇ ਪਿੱਛੇ ਬਹੁਤ ਦਰਦ ਹੈ, ਵਨ ਸ਼ੁਡ ਥਿੰਕ ਆਫ ਡੇਂਗੂ। ਸੋ ਕੀ ਕੀ ਚੀਜ਼ਾਂ ਤੁਸੀਂ ਗਿਣਾਈਆਂ ਨੇ? ਹਾਈ ਗ੍ਰੇਡ ਹਾਈ ਗ੍ਰੇਡ ਫੀਵਰ ਪਹਿਲੇ ਦਿਨ ਤੋਂ, ਪਹਿਲੇ ਦਿਨ ਤੋਂ, ਉਸ ਤੋਂ ਬਾਅਦ ਮਸਲ ਪੇਸ਼ੀਆਂ ਮਸਲ, ਓਕੇ, ਮਸਲ ਏਕ ਹੈ, ਮਸਲ ਏਕਸ ਹੈ, ਬੋਡੀ ਏਕ ਹੈ, ਬੋਡੀ ਏਕਸ ਹੈ, ਹੱਡ ਭੰਨਣੀ ਲੱਗੀ ਹੋਈ ਹੈ, Yes. ਅੱਖਾਂ ਦੇ ਪਿੱਛੇ ਦਰਦ ਹੈ ਬਹੁਤ ਜ਼ਿਆਦਾ, ਇੰਟਰੋਰਬਿਟਲ ਪੇਨ, ਜੀ ਜੀ ਜੀ, one should keep dengue in mind. ਰਾਈਟ, And when this fever occurs, then doctor has to be consulted. ਜੀ ਬਿਲਕੁਲ। ਤੇ ਡਾਕਟਰ ਸਾਹਿਬ ਕੀ ਵੇਟ ਕਰਨਾ ਚਾਹੀਦਾ ਡਾਕਟਰ ਨੂੰ ਕੰਸਲਟ ਕਰਨ ਦਾ, ਜਾਂ ਇਮੀਡੀਏਟਲੀ ਤੁਸੀਂ ਡਾਕਟਰ ਕੋਲ ਜਾਓ ਵਿਦਆਊਟ ਗੈਟਿੰਗ ਇਟ ਐਸਟੈਬਲਿਸ਼ਡ ਕਿ ਫੀਵਰ ਜਿਹੜਾ ਹੈ ਡੇਂਗੀ ਫੀਵਰ ਹੈ? Doctor has to be consulted. ਡਾਕਟਰ ਹੈਜ਼ ਟੂ ਬੀ ਕੰਸਲਟਡ। Yes, don't go for dengue test without doctor consultation. ਜੀ, ਤੇ ਡਾਕਟਰ ਸਾਹਿਬ ਜਿਵੇਂ ਸਾਡੇ ਸਮਾਜ ਦੇ ਵਿੱਚ ਬੜਾ ਪ੍ਰਚਲਨ ਹੈ ਟੋਟਕਿਆਂ ਦਾ, ਕਿਉਂਕਿ ਬਹੁਤ ਸਾਰੀਆਂ ਭ੍ਰਾਂਤੀਆਂ ਨੇ ਕਿ ਡਾਕਟਰ ਦੇ ਕੋਲ ਜਾਣ ਦੀ ਬਜਾਏ ਕੁਝ ਖਾ ਲਓ, ਕੁਝ ਪੀ ਲਓ, ਜਿਵੇਂ ਬੱਕਰੀ ਦਾ ਦੁੱਧ, ਕੀਵੀ ਖਾ ਲਓ, ਗਲੋਏ ਉਬਾਲ ਕੇ ਲੈ ਲਓ, ਜਾਂ ਨਾਰੀਅਲ ਪਾਣੀ। ਸੋ ਕਿੱਥੋਂ ਤੱਕ ਇਹ ਚੀਜ਼ਾਂ ਅਸਰ ਕਰਦੀਆਂ ਨੇ? ਜੇ ਕਰਦੀਆਂ ਨੇ ਡੇਂਗੂ ਨੂੰ ਕੰਟਰੋਲ ਕਰਨ 'ਤੇ, ਕੋਈ ਇਹਨਾਂ ਦਾ ਰੋਲ ਹੈ ਜਾਂ ਨਹੀਂ ਹੈ? These are all myths basically. ਹੁਣ ਕੀਵੀ ਫਰੂਟ ਹੈ, ਇਸ 'ਚ ਵਿਟਾਮਿਨ ਸੀ ਬਹੁਤ ਹੁੰਦਾ ਹੈ, ਇਹਦੇ ਵਿੱਚ ਐਂਟੀਆਕਸੀਡੈਂਟਸ ਬਹੁਤ ਹਨ, ਸੋ ਕਿਸੇ ਵੀ ਬਿਮਾਰੀ ਵਿੱਚ ਦਿਸ ਫਰੂਟ ਵਿਲ ਬੀ ਗੁੱਡ। ਫਰੂਟ ਅੱਛਾ ਹੈ, ਪਰ ਡੇਂਗੂ ਦਾ ਇਲਾਜ ਸਪੈਸੀਫਿਕ ਨੋ ਹੈ ਕਿ ਨਹੀਂ? No. ਨਹੀਂ, ਤੁਸੀਂ ਸਾਫ਼ ਮਨਾ ਕਰ ਰਹੇ ਹੋ No. ਕਿ ਐਜ਼ ਇਲਾਜ ਨਾ ਲਓ ਇਸ No. ਚੀਜ਼ ਨੂੰ। No. ਜੀ ਹੁਣ ਨਾਰੀਅਲ ਪਾਣੀ ਹੈ, ਜੀ, ਇਟ ਇਜ਼ ਗੁੱਡ ਫॉर ਹਾਈਡਰੇਸ਼ਨ। ਰਾਈਟ, ਪਾਣੀ ਦੀ ਘਾਟ ਨਹੀਂ ਹੁੰਦੀ, ਪਾਣੀ ਪੀਂਦੇ ਹਾਂ ਆਪਾਂ, ਇਸ ਇਲੈਕਟ੍ਰੋਲਾਈਟਸ ਹਨ, ਜੇ ਲਾਂਗੇ ਤਾਂ ਚਲੋ ਮਸਲ ਪੇਨਸ ਘੱਟ ਹੋਣਗੀਆਂ, ਹੱਡ ਭੰਨਣੀ ਘੱਟ ਹੋਏਗੀ, ਬਟ ਪਲੇਟਲੈਟਸ ਵੱਧ ਜਾਣਗੇ, ਇਲਾਜ ਹੋ ਜਾਊਗਾ? ਨੋ, ਇਟਸ ਅ ਮਿਥ। ਤੇ ਡਾਕਟਰ ਸਾਹਿਬ ਸੋ ਇਹਨਾਂ ਭ੍ਰਾਂਤੀਆਂ ਦੇ ਵਿੱਚ ਨਾ ਪੈ ਕੇ ਕੋਈ ਬੱਕਰੀ ਦਾ ਦੁੱਧ, ਕੋਈ ਕੀਵੀ, ਜਾਂ ਸੋ ਇਹ ਇਲਾਜ ਨਹੀਂ, ਵੈਸੇ ਖਾਣੇ ਨੇ ਤੁਸੀਂ Yes. ਖਾ ਸਕਦੇ ਹੋ, ਪੀ ਸਕਦੇ ਹੋ। ਤੇ ਡਾਕਟਰ ਸਾਹਿਬ ਇਸ ਤੋਂ ਬਾਅਦ ਕੀ ਪਲਾਨ ਆਫ ਐਕਸ਼ਨ ਹੋਣਾ ਚਾਹੀਦਾ? ਤੁਸੀਂ ਡਾਕਟਰ ਕੋਲ ਚਲੇ ਗਏ ਤੇ ਕੀ ਉਹਦੇ ਦੌਰਾਨ ਡਾਕਟਰ ਨੇ ਜੋ ਕਰਨਾ ਹੈ, ਜੋ ਦਵਾਈ ਦੇਣੀ ਹੈ, ਜਾਂ ਕੋਈ ਟੈਸਟ ਕਰਵਾਉਣਾ ਹੈ, ਨਹੀਂ ਕਰਵਾਉਣਾ, ਜਾਂ ਪਲੇਟਲੇਟ ਕਾਊਂਟ ਜੋ ਹੈ ਅਕਸਰ ਗਿਰਦੀ ਹੈ, ਇਹ ਮੰਨਿਆ ਜਾਂਦਾ ਹੈ, ਤੇ ਕੀ ਕੁਝ ਅਸੀਂ ਵੀ ਕਰ ਸਕਦੇ ਹਾਂ ਜੋ ਡਾਕਟਰ ਦੇ ਕੰਮ 'ਚ ਇੰਟਰਫੇਅਰ ਨਾ ਕਰੇ, ਲੇਕਿਨ ਅਸੀਂ ਉਸ ਚੀਜ਼ ਨੂੰ ਮੈਨੇਜ ਬੈਟਰ ਕਰ ਸਕੀਏ? ਇੱਕ ਤਾਂ ਡੇਂਗੂ ਬੁਖਾਰ ਜੋ ਫੀਵਰ ਹੁੰਦਾ ਹੈ, ਉਹਦੇ ਲਈ ਬੁਖਾਰ ਲਈ ਵੀ ਸ਼ੁਡ ਟੇਕ ਪੈਰਾਸੀਟਾਮੋਲ ਓਨਲੀ, ਜੀ, no other drug like brufen, diclofenac, they are not ਇਹ ਨਹੀਂ ਲੈਣੀ ਇਹ ਨਹੀਂ ਲੈਣੀਆਂ, ਜੀ। ਸੋ ਬਰੂਫਿਨ ਜਾਂ ਡਿਕਲੋਫਨੈਕ ਲਾਈਕ ਡਰੱਗਸ ਤੇ ਇਹਨਾਂ ਦੇ ਨਾਲ ਤਰ੍ਹਾਂ ਦੀਆਂ ਹੋਰ ਜਿਹੜੀਆਂ ਡਰੱਗਸ ਨੇ, ਨਹੀਂ ਜੀ, ਲੈਣੀਆਂ। ਨਹੀਂ ਲੈਣੀਆਂ। ਸੋ ਸਿੰਪਲ ਪੈਰਾਸੀਟਾਮੋਲ, ਪੈਰਾਸੀਟਾਮੋਲ। ਜੀ ਆਪਣੀ ਹਾਈਡਰੇਸ਼ਨ ਮੇਨਟੇਨ ਕਰਨੀ ਹੈ, ਜੀ, ਗੁੱਡ ਫਲੂਇਡ ਇਨਟੇਕ, ਰਾਈਟ, ਗੁੱਡ ਡਾਈਟ, ਬੈਲੈਂਸ ਡਾਈਟ ਜੀ, ਹੈਜ਼ ਟੂ ਬੀ ਟੇਕਨ। ਰਾਈਟ, ਬਟ ਜੇ ਆਪਾਂ ਨੂੰ ਬੁਖਾਰ ਹੈ, ਡੇਂਗੂ ਹੈ, ਤੇ ਬੁਖਾਰ ਬਹੁਤ ਤੇਜ਼ ਹੈ, ਨਹੀਂ ਉਤਰ ਰਿਹਾ ਇਨ ਸਪਾਈਟ ਆਫ ਮੈਡੀਸਿਨਸ, ਜਾਂ ਪੇਟ ਦਰਦ ਬਹੁਤ ਹੈ, ਜਾਂ ਉਲਟੀਆਂ ਬੰਦ ਹੀ ਨਹੀਂ ਹੋ ਰਹੀਆਂ, ਜੀ, ਯੂਰਿਨ ਦਾ ਆਊਟਪੁੱਟ ਘਟ ਗਿਆ, ਰਾਈਟ, ਜਾਂ ਕਿਤੋਂ ਬਲੀਡਿੰਗ ਹੋਣ ਲੱਗ ਗਈ, ਤਾਂ ਇੱਕ ਵਾਰਨਿੰਗ ਸਾਈਨਸ ਹਨ ਕਿ ਡੇਂਗੂ ਜੋ ਹੈ ਇਹ ਵਿਗੜ ਰਿਹਾ ਹੈ। ਵਿਗੜ ਰਿਹਾ ਉਸ ਹਾਲ ਵਿੱਚ ਘਰ ਨਾ ਬੈਠੋ, ਡਾਕਟਰ ਕੋਲ ਜਾਓ ਇਮੀਡੀਏਟ। ਜੀ। ਸੋ ਡੇਂਗੂ ਦੇ ਵਿੱਚ ਸੰਭਾਵਨਾ ਵਿਗੜਨ ਦੀ ਇਹਦਾ ਮਤਲਬ ਹੈ? ਯੈਸ, ਇਟ ਇਜ਼ ਆਲਵੇਜ਼ देयर। ਜੀ। ਸੋ ਡਾਕਟਰ ਸਾਹਿਬ ਕਿੰਨਾ ਪਰਸੈਂਟੇਜ ਹੈ, ਅਗਰ ਕੋਈ ਐਦਾਂ ਦੀ ਫਿਗਰ ਹੈ ਜਾਂ ਅੰਦਾਜ਼ਨ, ਕਿ ਡੇਂਗੂ ਮਾਈਲਡ ਹੈ ਜਾਂ ਥੋੜਾ ਸ਼ਦੀਦ ਹੈ? ਦੇਖੋ, ਜਦੋਂ ਡੇਂਗੂ ਬੁਖਾਰ ਹੁੰਦਾ ਹੈ ਉਸ ਤੋਂ 50 ਤੋਂ 75% ਕੇਸ ਏਸਿਮਟੋਮੈਟਿਕ ਹਨ, ਜਿਨ੍ਹਾਂ ਨੂੰ ਫੀਵਰ ਵੀ ਨਹੀਂ ਹੁੰਦਾ, ਇਨਫੈਕਸ਼ਨ ਹੋ ਗਈ ਬਟ ਫੀਵਰ ਵੀ ਨਹੀਂ ਹੁੰਦਾ। ਟਰਾਈ ਟੂ ਅੰਡਰਸਟੈਂਡ। ਇਸ ਕੇਸ ਦੇ ਵਿੱਚ ਨਹੀਂ ਪਤਾ ਲੱਗੇਗਾ, ਏਸਿਮਟੋਮੈਟਿਕ। ਅਸਿਮਟੋਮੈਟਿਕ। ਯੈਸ, ਆਈ ਐਮ ਨਾਟ ਅਵੇਅਰ। ਰਾਈਟ। 25% ਕੇਸਾਂ ਵਿੱਚ ਜਸਟ ਫੀਵਰ, ਹੱਡ ਭੰਨਣੀ, ਮਸਲ ਪੇਨਸ,
not more than that. ਸੋ ਜਿਨ੍ਹਾਂ ਸਿੰਪਟਮਸ ਦੀ ਆਪਾਂ ਪਹਿਲਾਂ Yes, ਗੱਲ ਕੀਤੀ yes. ਹੈ ਜੀ। Only in cases less than 5%, ਜਿੱਥੇ ਕਿ ਬਲੀਡਿੰਗ ਐਪੀਸੋਡਸ ਹੁੰਦੇ ਹਨ, ਕਿਤੋਂ ਬਲੀਡਿੰਗ ਹੁੰਦੀ ਹੈ, ਜਾਂ ਡੈਂਗੂ ਦੀ ਸੀਵੀਅਰ ਫਾਰਮ ਡੈਂਗੂ ਸ਼ੌਕ ਸਿੰਡਰੋਮ, ਓਕੇ DSS, ਉਹ ਹੁੰਦਾ ਹੈ। ਡੈਂਗੂ ਸ਼ੌਕ ਸਿੰਡਰੋਮ 100 ਚੋਂ ਲੈਸ ਦੈਨ 1% ਕੇਸਾਂ ਨੂੰ ਡੈਂਗੂ ਹੁੰਦਾ ਹੈ। ਇਟਸ ਨਾਟ ਵੈਰੀ ਹਾਈ ਇੰਸੀਡੈਂਸ ਬਟ ਇਟਸ ਲਾਈਫ ਥ੍ਰੈਟਨਿੰਗ। ਅਗਰ ਉਸ ਸਟੇਜ ਤੇ ਕੋਈ ਖੁਦਾ ਨਾ ਖਾਸਤਾ ਮਰੀਜ਼ ਪਹੁੰਚਦਾ ਹੈਗਾ ਤਾਂ ਥੋੜਾ ਉਸ ਚੀਜ਼ ਨੂੰ ਆਪਾਂ ਫੇਟਲ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਸੋ ਅਦਰਵਾਈਜ਼ ਇੰਨਾ ਫੇਟਲ ਨਹੀਂ ਹੈ। ਬਟ ਇਹਨੂੰ ਕੀ ਹਲਕੇ 'ਚ ਲੈਣਾ ਚਾਹੀਦਾ ਹੈ? ਨਹੀਂ ਲੈਣਾ ਚਾਹੀਦਾ ਜੀ। ਨਾਟ ਟੂ ਬੀ ਟੇਕਨ ਲਾਈਟਲੀ ਐਟ ਆਲ। ਨੋ। ਡਾਕਟਰ ਸਾਹਿਬ, ਕਈ ਵਾਰੀ ਐਡਵਾਈਸ ਕੀਤਾ ਜਾਂਦਾ ਹੈ ਕਿ ਸ਼ਾਇਦ ਐਕਸਰਸ਼ਨ ਦੇ ਨਾਲ, ਫਿਜ਼ੀਕਲ ਐਕਸਰਸ਼ਨ ਦੇ ਨਾਲ ਇਹਦਾ ਕੋਈ ਲਿੰਕ ਹੈ ਜਾਂ ਨਹੀਂ? ਦੇਖੋ, ਕੋਈ ਵੀ ਵਾਇਰਲ ਇਲਨੈਸ ਹੈ ਜੀ, ਕੋਈ ਵੀ ਵਾਇਰਲ ਇਲਨੈਸ ਜੇ ਆਪਾਂ ਉਸ ਐਗਜ਼ਰਸ਼ਨ ਕਰਦੇ ਹਾਂ ਜੀ, ਤਾਂ ਉਹਦੇ ਨਾਲ ਵਾਇਰੀਮੀਆ, ਵਾਇਰਲ ਲੋਡ ਵੱਧ ਜਾਂਦਾ ਹੈ। ਰਾਈਟ। ਨਾਟ ਓਨਲੀ ਇਨ ਡੈਂਗੂ, ਐਨੀ ਵਾਇਰਲ ਇਲਨੈਸ, ਕਿਸੇ ਵੀ ਵਾਇਰਲ ਦੇ ਐਗਜ਼ਰਸ਼ਨ ਵਿਲ ਇਨਕਰੀਜ਼ ਦਾ ਵਾਇਰਲ ਲੋਡ। ਯੈਸ। ਸੋ ਕੋਸ਼ਿਸ਼ ਅਗਰ ਵਨ ਸ਼ੁਡ ਟੇਕ ਰੈਸਟ, ਪੋਸੀਬਲ ਹੈ ਤਾਂ ਆਰਾਮ ਰੈਸਟ ਕੀਤਾ ਜਾਵੇ। ਤੇ ਡਾਕਟਰ ਸਾਹਿਬ, ਖਾਣ ਪੀਣ ਦਾ ਵੀ ਇਹਦੇ 'ਚ ਕੋਈ ਰੋਲ ਹੈ? ਕੋਈ ਖਾਣੇ ਪੀਣੇ ਦੀ ਕੁਝ ਐਸਾ ਡੂਜ਼ ਐਂਡ ਡੋਂਟਸ ਖਾਣੇ ਨੂੰ ਲੈ ਕੇ, ਪੀਣੇ ਨੂੰ ਲੈ ਕੇ? ਵੀ ਸ਼ੁਡ ਟੇਕ ਅ ਬੈਲੈਂਸਡ ਡਾਈਟ, ਬੈਲੈਂਸ ਡਾਈਟ, not more than ਜੋ ਆਪਾਂ ਨਾਰਮਲੀ fluid ਰਿਕਮੈਂਡ। intake should be increased। ਜੀ, ਇਹ ਤੁਸੀਂ ਜ਼ਿਕਰ ਕਰ ਚੁੱਕੇ ਹੋ ਕਿ ਫਲੂਇਡ ਜੋ ਹੈ ਇਨਟੇਕ ਹੈ ਉਹ ਵਧਾਉਣੀ ਹੈ ਇਹਦੇ 'ਚ ਜੀ। ਬਾਕੀ ਬੈਲੈਂਸ ਡਾਈਟ ਖਾਓ, ਨਥਿੰਗ ਸਪੈਸ਼ਲ ਜੀ। ਤੇ ਡਾਕਟਰ ਸਾਹਿਬ, ਸੀਜ਼ਨ ਦੇ ਵਿੱਚ, ਡੇਂਗੂ ਸੀਜ਼ਨ ਦੇ ਵਿੱਚ ਅਕਸਰ ਜੋ ਅਥਾਰਟੀਜ਼ ਨੇ ਉਹ ਫੌਗਿੰਗ ਕਰਦੀਆਂ ਨੇ। ਪਹਿਲੀ ਗੱਲ, ਆਈ ਵੋਂਟ ਕੁਐਸਚਨ ਇਟ ਕਿ ਕਿੰਨੀ ਕੁ ਇਫੈਕਟਿਵ ਹੈ ਜਾਂ ਨਹੀਂ ਹੈ, ਕਿ ਕੀ ਇਹ ਫੌਗਿੰਗ ਜੋ ਹੈ ਕੋਈ ਅਸਰ ਰੱਖਦੀ ਹੈ, ਦੋ ਆਈ ਐਮ ਨਾਟ ਕੁਐਸਚਨਿੰਗ ਇਟ। ਤੇ ਦੂਸਰਾ ਕਿ ਕੀ ਇੱਦਾਂ ਦੀ ਕੋਈ ਫੌਗਿੰਗ, ਕਿਉਂਕਿ ਇੱਦਾਂ ਦੇ ਸਰਵਿਸਿਜ਼ ਵੀ ਅਵੇਲੇਬਲ ਨੇ ਔਰ ਇੱਦਾਂ ਦੇ ਡਿਵਾਈਸਿਸ ਵੀ ਹੈਗੇ ਨੇ ਕਿ ਤੁਸੀਂ ਘਰ ਦੇ ਵਿੱਚ ਫੌਗਿੰਗ ਕਰ ਸਕਦੇ ਹੋ ਅੰਦਰ ਆਪਣੀ ਚਾਰ ਦੀਵਾਰੀ ਦੇ। ਦੇਖੋ, ਜੋ ਫੌਗਿੰਗ ਕਰਦੇ ਹਨ ਉਸ ਫੌਗ ਨਾਲ ਕੇਵਲ ਮੱਛਰ ਮਰੇਗਾ। ਟ੍ਰਾਂਜ਼ੀਐਂਟ ਰਿਡਕਸ਼ਨ ਇਨ ਦਾ ਮੋਸਕੀਟੋ ਲੋਡ ਵਿਲ ਬੀ देयर, ट्रांजिएंट रिडक्शन जी। पर जो मच्छर पैदा हो रहा है, जो सोर्स है जी, दैट इज इंटैक्ट, वो थे ही है, वो मच्छर पैदा हो जाएगा जी। एंड मोर ओवर वी नो ईट्स मॉस्किटो इज बेसिकली इंडोर्स, ये इंडोर विच ही हुंदा है। फॉगिंग इज ओनली आउटडोर। ਤੇ ਅਗਰ ਇਨਡੋਰ ਫੌਗਿੰਗ ਕਰਵਾਈ ਜਾਵੇ, देखो इट विल बी हेल्पफुल, ਬਟ ਜੋ ਜੜ ਤੁਸੀਂ ਕਹਿ ਰਹੇ ਹੋ ਕਿ ਉਹ ਕੰਟੇਨਰ ਜਾਂ ਜਿੱਥੇ ਪਾਣੀ ਕਲੈਕਟ ਹੋ ਰਿਹਾ ਹੈ, yes that ਸੋ is ਜਦ still there। ਤੱਕ ਉਹ ਜੜ ਨਹੀਂ ਪੁੱਟੀ ਜਾਂਦੀ, ਹਾਂਜੀ। ਸੋ ਜ਼ਿਆਦਾ ਇਹਦੇ ਵਿੱਚ ਕੋਈ ਜੇ ਆਪਾਂ ਕੋਈ ਸਪਰੇਅ ਕਰਦੇ ਹਨ, ਫੌਗਿੰਗ ਜਾਂ ਘਰ ਦੇ ਅੰਦਰ ਸਪਰੇਅ ਕਰਦੇ ਹਾਂ, ਉਹਦਾ ਰੈਜ਼ੀਡੂਅਲ ਇਫੈਕਟ ਬਹੁਤ ਘੱਟ ਦੇਰ ਤੱਕ ਹੁੰਦਾ ਹੈ ਜੀ। ਉਸ ਤੋਂ ਬਾਅਦ ਮੇਨ ਸੋਰਸ ਇਜ਼ ਸਟਿਲ ਲਾਈਂਗ, ਇਟ ਇਜ਼ ਇੰਟੈਕਟ, ਉੱਥੇ ਮੱਛਰ ਪੈਦਾ ਹੁੰਦਾ ਰਹੇਗਾ ਐਂਡ ਸੋ ਵਕਤੀ ਇਲਾਜ ਹੋ ਸਕਦੀ ਹੈ ਫੌਗਿੰਗ, ਪਰ ਜੋ ਪੁਖਤਾ ਇਲਾਜ ਹੈ, ਪਰਮਾਨੈਂਟ ਇਲਾਜ ਹੈ, ਉਹ ਜੋ ਕਲੈਕਸ਼ਨ ਆਫ ਵਾਟਰ ਹੈ ਉਹਨੂੰ ਨਿਪਟਾ ਕੇ ਹੀ। ਸੋ ਡਾਕਟਰ ਸਾਹਿਬ, ਤੁਸੀਂ ਬਹੁਤ ਜੋ ਵੈਲਿਊਏਬਲ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਮਾਂ ਦੇਣ ਲਈ। ਤੇ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਏਗੀ, ਉਹਨਾਂ ਦੇ ਲਾਭਦਾਇਕ ਲੱਗੀ ਹੋਏਗੀ। ਸੋ ਮਿਲਦੇ ਹਾਂ ਅਗਲੀ ਐਪੀਸੋਡ ਦੇ ਵਿੱਚ। ਧੰਨਵਾਦ।